ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਚਿੱਤਰ ਨਾਟਕ ਉੱਤੇ ਵਿਚਾਰ ਲੜੀ ਜੋ ਚੱਲ ਰਹੀ ਹੈ, ਸਾਡਾ ਟੌਪਿਕ ਚਰਿਤਰੋਪਖਿਆਨ ਉੱਤੇ ਅਸੀਂ ਵਿਚਾਰ ਕਰ ਰਹੇ ਹਾਂ। ਪਿਛਲੀ ਵੀਡੀਓ ਵਿੱਚ ਅਸੀਂ ਵਿਚਾਰ ਕੀਤਾ ਸੀ ਪਹਿਲੇ ਚਰਿੱਤਰ ਦੇ ਬਾਰੇ, ਤੇ ਉਹਦੇ ਵਿੱਚ ਦੇਵੀ ਦੀ ਪੂਜਾ, ਦੇਵੀ ਦੀ ਜੈ ਜੈਕਾਰ ਕੀਤੀ ਹੋਈ ਸੀ। ਹੁਣ ਅਸੀਂ ਜਿਹੜੀ ਵਿਚਾਰ ਕਰਨੀ ਆ, ਮੇਰੇ ਕੋਲ ਇੱਕ ਵੀਡੀਓ ਆਈ ਹੈ ਗਿਆਨੀ ਸੰਤ ਸਿੰਘ ਜੀ ਮਸਕੀਨ ਦੀ, ਕਿਉਂਕਿ ਮੇਰੇ ਵੀਰ ਮੈਨੂੰ ਵੀਡੀਓ ਭੇਜਦੇ ਨੇ ਕਿ ਭਾਈ ਸੰਤ ਸਿੰਘ ਜੀ ਮਸਕੀਨ ਤਾਂ ਕਹਿ ਰਹੇ ਨੇ ਕਿ ਵਿਚਿੱਤਰ ਨਾਟਕ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਜੀ ਦੀ ਆਪਣੀ ਹੱਥ ਲਿਖਤ ਹੈ, ਔਰ ਤੁਸੀਂ ਕੁਝ ਹੋਰ ਤਰ੍ਹਾਂ ਕਹਿ ਰਹੇ ਹੋ। ਅੱਜ ਉਹ ਵੀਡੀਓ ਜਿਹੜੀ 45 ਮਿੰਟ ਤੇ 19 ਸੈਕਿੰਡ ਦੀ ਹੈ, ਜਿਸ ਵੀਡੀਓ ਦਾ ਮਕਸਦ ਹੀ ਇਹ ਸੀ ਕਿ ਜੋ ਕਾਮ ਹੈ, ਉਹ ਕਾਮ ਜਿਹੜਾ ਹੈ ਸਾਡੇ ਜੀਵਨ ਦਾ ਇੱਕ ਜ਼ਰੂਰੀ ਅੰਗ ਹੈ। ਕਾਮ ਤੋਂ ਬਗੈਰ ਜੀਵਨ ਨਹੀਂ ਹੈ। ਇਸ ਦੇ ਉੱਤੇ ਜੋ ਉਹਨਾਂ ਨੇ ਵੀਡੀਓ ਬਣਾਈ ਹੈ, ਇੱਕ ਗੱਲ ਦੱਸ ਦੇਵਾਂ ਕਿ ਉਹਨਾਂ ਨੇ ਪੂਰੇ 45 ਮਿੰਟ ਵਿੱਚ ਵਿਚਿੱਤਰ ਨਾਟਕ ਵਿੱਚੋਂ, ਚਰਿਤਰੋਪਖਿਆਨ ਦੇ ਵਿੱਚੋਂ ਇੱਕ ਵੀ ਚਰਿੱਤਰ ਦੀ ਵਿਆਖਿਆ ਨਹੀਂ ਕੀਤੀ। ਇਹੋ ਜਿਹਾ ਲੱਛੇਦਾਰ ਭਾਸ਼ਣ, ਜਲੇਬੀ ਵਾਂਗੂ ਸਿੱਧਾ ਭਾਸ਼ਣ ਦਿੱਤਾ ਕਿ 45 ਮਿੰਟ ਵਿੱਚ ਕਾਮ ਤੇ ਗੱਲ ਕੀਤੀ, ਸਾਰੀ ਦੁਨੀਆ ਦੀ ਗੱਲ ਕਰ ਲਈ, ਪਰ ਜਿਸ ਗ੍ਰੰਥ ਬਾਰੇ ਗੱਲ ਕਰ ਰਹੇ ਸਨ, ਉਸ ਗ੍ਰੰਥ ਦੇ ਉਸ ਹਿੱਸੇ ਦਾ 404 ਚਰਿੱਤਰਾਂ ਵਿੱਚੋਂ ਕਿਸੇ ਇੱਕ ਚਰਿੱਤਰ ਦਾ ਵੀ ਵਰਣਨ ਨਹੀਂ ਕੀਤਾ। ਇਸ ਤਰ੍ਹਾਂ ਕਰਕੇ ਮੈਂ ਯੋਗ ਸਮਝਿਆ। ਉਹਨਾਂ ਨੇ ਇਹ ਸਿੱਧ ਕੀਤਾ, ਉਹਨਾਂ ਨੇ 3-4 ਨੁਕਤੇ ਉਠਾਏ। ਇੱਕ ਉਹਨਾਂ ਨੇ ਇਹ ਉਠਾਇਆ ਕਿ ਜੇ ਕਾਮ ਤੋਂ ਅਲਰਜੀ ਹੈ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਕਾਮ ਦੇ ਸ਼ਬਦ ਹੈ, ਉਹਨਾਂ ਦਾ ਕੀ ਕਰੋਗੇ? ਭਾਵ ਉਹ ਕੱਢਣੇ ਪੈਣਗੇ, ਉਹਨਾਂ ਦਾ ਵਿਰੋਧ ਕਰਨਾ ਪਏਗਾ। ਦੂਜਾ ਉਹਨਾਂ ਨੇ ਜੋ ਨੁਕਤਾ ਦੱਸਿਆ, ਫਿਰ ਇਹ ਗ੍ਰੰਥ ਜਿਹੜਾ ਹੈ ਪੁਰਾਤਨ ਗ੍ਰੰਥਾਂ ਦਾ ਉਲਥਾ ਹੈ ਸਾਡੀ ਸੁੱਖ ਸੁਵਿਧਾ ਲਈ, ਕਿਉਂਕਿ ਗ੍ਰੰਥ ਸੰਸਕ੍ਰਿਤ ਵਿੱਚ ਸਨ। ਉਹਨਾਂ ਨੇ ਸਾਨੂੰ ਸੌਖੀ ਭਾਸ਼ਾ ਵਿੱਚ ਇਹਦਾ ਉਲਥਾ ਕਰਕੇ ਦਿੱਤਾ ਤਾਂ ਕਿ ਪੁਰਾਣੇ ਮਿਥਿਹਾਸ ਤੋਂ ਜਾਣੂ ਹੋ ਸਕੀਏ। ਔਰ ਮੁੱਖ ਜਿਹੜੀ ਗੱਲ ਉਹਨਾਂ ਨੇ ਦੱਸੀ ਸੀ ਇਹ ਕਿ ਕਾਮ ਸਾਡੇ ਜੀਵਨ ਦਾ ਅਹਿਮ ਅੰਗ ਹੈ, ਇਸ ਤੋਂ ਬਗੈਰ ਜੀਵਨ ਨਹੀਂ ਹੈ। ਤੇ ਇਹ ਤਾਂ ਸਵਾਲ ਹੈ ਹੀ ਨਹੀਂ। ਇਹ ਸਵਾਲ ਨਾ ਤਾਂ ਕੋਈ ਖੜਾ ਕਰਦਾ ਹੈ, ਨਾ ਇਹ ਗੁਰਮਤਿ ਵਿੱਚ ਸਵਾਲ ਹੈ। ਕਾਮ ਜੀਵਨ ਦੀ ਉਤਪਤੀ ਲਈ ਬਹੁਤ ਜ਼ਰੂਰੀ ਹੈ, ਤੇ ਇਹ ਸਵਾਲ ਕੌਣ ਕਰਦਾ ਹੈ? ਪਰ ਜਿਸ ਤਰੀਕੇ ਨਾਲ ਸਭ ਕੁਝ ਗੁਰੂ ਨਾਨਕ ਪਾਤਸ਼ਾਹ ਨੇ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਸਮਝਾਇਆ ਗਿਆ, ਉਹ ਕਾਫੀ ਨਹੀਂ ਹੈ। ਬਹੁਤ ਸੁੰਦਰ ਤਰੀਕੇ ਨਾਲ ਹਰ ਗੱਲ ਸਮਝਾਈ ਗਈ ਹੈ, ਪਰ ਕਿਉਂਕਿ ਇਹਨਾਂ ਨੇ ਵਿਚਿੱਤਰ ਨਾਟਕ ਨੂੰ ਸਾਡੇ ਸਿਰ ਉੱਤੇ ਲੱਦਣਾ, ਥੋਪਣਾ, ਇਸ ਕਰਕੇ ਉਹਨਾਂ ਨੇ ਪੂਰਾ ਜ਼ੋਰ ਲਾ ਕੇ, ਪੂਰਾ ਢਿੱਲ ਲਾ ਕੇ ਇਸ ਨੂੰ ਸਹੀ ਸਿੱਧ ਕਰਨ ਲਈ ਇੱਧਰ ਉੱਧਰ ਦੀਆਂ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ। ਆਓ ਪਹਿਲਾਂ ਅਸੀਂ ਉਹ ਵਿਚਾਰ ਲੈਂਦੇ ਹਾਂ। ਇੱਕ ਬੇਨਤੀ ਪਹਿਲਾਂ ਕਰ ਦੇਵਾਂ ਕਿ ਇਹਨਾਂ ਵੀਡੀਓਜ਼ ਨੂੰ ਆਪ ਦੇਖੋ, ਘਰ ਆਪਣੀ ਬੀਬੀਆਂ, ਔਰਤਾਂ, ਭੈਣਾਂ ਨੂੰ ਵੀ ਦਿਖਾਓ, ਕਿਉਂਕਿ ਜੇ ਇਹ ਸਾਡੀਆਂ ਬੀਬੀਆਂ ਵੀਡੀਓ ਦੇਖਣਗੀਆਂ, ਉਹਨਾਂ ਨੂੰ ਪਤਾ ਲੱਗੇਗਾ ਕਿ ਇਹ ਵਿਚਿੱਤਰ ਨਾਟਕ ਨਾਂ ਦਾ ਗ੍ਰੰਥ ਬੀਬੀਆਂ ਦੀ ਕਿੰਨੀ ਤੋਹੀਨ ਕਰਦਾ ਹੈ, ਕਿੰਨੀ ਇਨਸਲਟ ਕਰਦਾ ਹੈ, ਕਿੰਨਾ ਉਹਨਾਂ ਦੇ ਬਾਰੇ ਗਲਤ ਲਿਖਦਾ ਹੈ, ਤਾਂ ਕਿ ਉਹ ਬੀਬੀਆਂ ਹੀ ਆਵਾਜ਼ ਚੁੱਕਣ, ਤਾਂ ਕਿ ਇਸ ਗ੍ਰੰਥ ਤੋਂ ਸਾਡਾ ਛੁਟਕਾਰਾ ਹੋ ਸਕੇ। ਸੰਸਾਰ ਦੇ 800 ਕਰੋੜ ਪੋਪੂਲੇਸ਼ਨ ਵਿੱਚੋਂ 400 ਕਰੋੜ ਤਕਰੀਬਨ ਔਰਤਾਂ ਨੇ। ਇਹ ਗ੍ਰੰਥ ਉਹ 400 ਕਰੋੜ ਔਰਤਾਂ ਦੀ ਤੋਹੀਨ ਕਰਦਾ ਹੈ। 125 ਕਰੋੜ ਸਿੱਖ ਬੀਬੀਆਂ ਹਨ,
ਉਹਨਾਂ ਦੀ ਵੀ ਤੋਹੀਨ ਕਰਦਾ ਹੈ। ਪਰ ਇਸ ਨੂੰ ਮੰਨਣ ਵਾਲੇ ਪੂਰਾ ਜ਼ੋਰ ਲਾ ਕੇ ਇਸ ਨੂੰ ਸਿੱਖੀ ਤੇ ਠੋਸਣਾ ਚਾਹੁੰਦੇ ਹਨ ਤੇ ਗੁਰਸਿੱਖਾਂ ਦਾ ਫਰਜ਼ ਬਣਦਾ ਹੈ ਕਿ ਉਹ ਗੁਰੂ ਨਾਨਕ ਵੱਲੋਂ ਦਿੱਤੀ ਗਈ ਗੁਰੂ ਗ੍ਰੰਥ ਸਾਹਿਬ ਦੀ ਜੋ ਵਿਚਾਰਧਾਰਾ ਹੈ 35 ਮਹਾਂਪੁਰਸ਼ਾਂ ਦੀ, ਉਸ ਅਨੁਸਾਰ ਜੀਵਨ ਢਾਲਣ ਵਿੱਚ ਸਮਰੱਥ ਹੋ ਜਾਈਏ। ਇਹਨਾਂ ਵਾਕੀ ਗ੍ਰੰਥਾਂ ਦਾ ਸੱਚ ਸੰਗਤਾਂ ਸਾਹਮਣੇ ਉਜਾਗਰ ਕਰੀਏ। ਆਓ ਗੁਰਬਾਣੀ ਦੇ ਉਹ ਸ਼ਬਦ ਜਿਨ੍ਹਾਂ ਬਾਰੇ ਇਹ ਦੁਬਦਾ ਪੈਦਾ ਖੜੀ ਕਰਦੇ ਨੇ ਸੰਤ ਸਿੰਘ ਜੀ ਮਸਕੀਨ, ਉਹਨਾਂ ਬਾਰੇ ਅਸੀਂ ਵਿਚਾਰ ਕਰ ਲੈਂਦੇ। ਇੱਕ ਸ਼ਬਦ ਹੈ, ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ। ਇਹ ਪਹਿਲੀ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦਾ ਸ਼ਬਦ ਹੈ ਤੇ ਸ਼ਲੋਕ ਮਰਦਾਨਾ ਉਹਦੇ ਤਹਿਤ ਲਿਖਿਆ ਗਿਆ ਹੈ। ਇਹਦੇ ਅਰਥ ਨੇ, ਕਲਯੁਗੀ ਸੁਭਾਅ ਮਾਨੋ ਸ਼ਰਾਬ ਕੱਢਣ ਵਾਲੀ ਮੱਟੀ ਹੈ, ਕ੍ਰੋਧ ਕਟੋਰੀ ਮੋਹ ਭਰੀ ਫੈਲਾਵਾ ਅਹੰਕਾਰ। ਕਾਮ ਮਾਨੋ ਸ਼ਰਾਬ ਹੈ ਤੇ ਇਸ ਨੂੰ ਪੀਣ ਵਾਲਾ ਮਨੁੱਖ ਦਾ ਮਨ ਹੈ। ਮੋਹ ਨਾਲ ਭਰੀ ਹੋਈ ਕ੍ਰੋਧ ਦੀ ਮਾਨੋ ਕਟੋਰੀ ਹੈ ਤੇ ਅਹੰਕਾਰ ਮਾਨੋ ਫੈਲਾਉਣ ਵਾਲਾ ਹੈ। ਸੋ ਇਹਦੇ ਵਿੱਚ ਕੋਈ ਮੈਨੂੰ ਦੱਸ ਸਕਦਾ ਹੈ ਕਿ ਅਸ਼ਲੀਲਤਾ ਕਿਹੜੀ ਗੱਲ 'ਤੇ ਹੈ? ਮੈਨੂੰ ਤਾਂ ਨਹੀਂ ਲੱਭੀ। ਇਸ ਦੇ ਅਰਥ ਆਰਾਮ ਨਾਲ ਅਸੀਂ ਸੰਗਤ ਵਿੱਚ ਕਰ ਸਕਦੇ ਹਾਂ। ਹੇ ਕਾਮੰ ਨਰਕ ਵਿਸਰਾਮੰ ਬਹੁ ਜੋਨੀ ਪਰਮਾਵਣੈ, ਚਿਤ ਹਰਣੰ ਤ੍ਰੈ ਲੋਕ ਗਮਣੰ ਜਪ ਤਪ ਸੀਲ ਵਿਧਾਰਨ ਹੈ। ਹੇ ਕਾਮ, ਤੂੰ ਜੀਵਾਂ ਨੂੰ ਆਪਣੇ ਵਸ ਵਿੱਚ ਕਰਕੇ ਨਰਕ ਵਿੱਚ ਅਪੜਾਉਣ ਵਾਲਾ ਹੈ ਅਤੇ ਕਈ ਜੂਨਾਂ ਵਿੱਚ ਭਟਕਾਉਣ ਵਾਲਾ ਹੈ। ਤੂੰ ਜੀਵਾਂ ਦੇ ਮਨ ਭਰਮਾ ਲੈਂਦਾ ਹੈ, ਤਿੰਨਾਂ ਹੀ ਲੋਕਾਂ ਵਿੱਚ ਤੇਰੀ ਪਹੁੰਚ ਹੈ। ਤੂੰ ਜੀਵਾਂ ਦੇ ਜਪ ਤਪ ਤੇ ਸ਼ੁੱਧ ਆਚਰਣ ਨਾਸ਼ ਕਰ ਦਿੰਦਾ ਹੈ। ਹੁਣ ਇਹਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜਾ ਕਾਮ ਹੈ ਉਹ ਇਨਸਾਨ ਦਾ, ਜੇ ਕਾਮ ਹੈਵੀ ਹੋ ਜਾਏ, ਉੱਤੇ ਤੁਹਾਡੇ ਤੇ ਭਾਰੂ ਪੈ ਜਾਏ ਤੇ ਤੁਹਾਡੇ ਜੀਵਨ ਨੂੰ ਨਰਕ ਬਣਾ ਦੇਗਾ, ਤੁਹਾਡੇ ਜੀਵਨ ਨੂੰ ਤਬਾਹ ਕਰ ਦੇਵੇਗਾ। ਉਹ ਇਸਤਰੀ ਹੋਵੇ ਜਾਂ ਪੁਰਸ਼ ਹੋਵੇ, ਇਹ ਸਾਰਿਆਂ ਲਈ ਸਾਂਝਾ ਹੈ, ਸਾਰਿਆਂ ਲਈ ਸਾਂਝਾ ਉਪਦੇਸ਼ ਹੈ। ਇਹਦੇ ਵਿੱਚ ਕਿਹੜੀ ਗੱਲ ਐਸੀ ਅਸ਼ਲੀਲ ਹੈ ਜਿਹੜੀ ਸੰਗਤ ਵਿੱਚ ਨਹੀਂ ਬੋਲ ਸਕਦੇ? ਉਹ ਕਹਿੰਦੇ ਵੀ ਜੀਵਾਂ ਦੇ ਮਨ ਨੂੰ ਭਰਮਾ ਲੈਂਦਾ ਹੈ, ਤਿੰਨਾਂ ਹੀ ਲੋਕ। ਭਾਵ ਤੇਰਾ ਹਮਲਾ ਬਹੁਤ ਜ਼ਬਰਦਸਤ ਹੈ, ਹਰ ਜੀਵ ਨੂੰ ਇਸ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਹੈ। ਅੱਗੇ ਹੈ ਸ਼ਬਦ, ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਹੀਆਦ, ਸੀਲ ਸੰਜਮ ਸੁਚ ਭੰਨੀ ਖਾਣਾ ਖਾਜ ਆਹਾਜ। ਰੱਬ ਤੋਂ ਵਿਛੜ ਕੇ ਮਨੁੱਖ ਜ਼ਾਲਮ ਹੋ ਰਹੇ ਹਨ ਅਤੇ ਤੀਵੀਆਂ ਇਸ ਜ਼ੁਲਮ ਲਈ ਸਲਾਹਕਾਰ ਬਣ ਰਹੀਆਂ ਹਨ। ਹੁਣ ਜੇ ਇੱਥੇ ਗੁਰੂ ਸਾਹਿਬ ਨੇ ਕਿਸੇ ਨੂੰ ਤਾੜਿਆ ਹੈ ਤੇ ਉਹ ਸਿਰਫ ਇਸਤਰੀ ਨੂੰ ਨਹੀਂ ਤਾੜਿਆ, ਇੱਥੇ ਇੰਡੀਕੇਟ ਸਿਰਫ ਇਸਤਰੀ ਨੂੰ ਨਹੀਂ ਕੀਤਾ, ਨਾਲ ਪੁਰਸ਼ ਨੂੰ ਵੀ ਕੀਤਾ ਹੈ। ਪਹਿਲਾਂ ਪੁਰਸ਼ ਨੂੰ ਕੀਤਾ ਹੈ, ਦੋਨਾਂ ਨੂੰ ਦੱਸਿਆ ਵੀ ਜੇ ਤੁਸੀਂ ਗਲਤ ਹੋ, ਗਿਆਨ ਤੋਂ ਟੁੱਟੇ ਹੋਏ ਹੋ, ਕੁਮਾਰਗ ਤੇ ਪੈ ਗਏ ਹੋ, ਤਾਂ ਭਾਈ ਫਿਰ ਤੁਹਾਡਾ ਮਿੱਠਾ ਸੁਭਾਅ, ਜੁਗਤ ਵਿੱਚ ਰਹਿਣਾ, ਦਿਲ ਦੀ ਸਫਾਈ, ਇਹ ਸਭ ਗੱਲਾਂ ਦੂਰ ਹੋ ਗਈਆਂ ਹਨ ਤੇ ਵੱਡੀ ਆਦਿਕ ਹਰਾਮ ਮਾਲ ਇਹਨਾਂ ਲੋਕਾਂ ਦਾ ਮਨ ਭਾਉਂਦਾ ਖਾਣਾ ਹੋ ਗਿਆ ਹੈ। ਭਾਵ ਕਲਯੁਗ ਭੈੜੇ ਸਮੇਂ ਦੀ ਨਿਸ਼ਾਨੀ ਗੁਰੂ ਸਾਹਿਬ ਦੱਸ ਰਹੇ ਨੇ। ਇਹਦੇ ਵਿੱਚ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕੋਈ ਅਸ਼ਲੀਲ ਸ਼ਬਦ ਲਿਖਿਆ ਹੋਵੇ। ਜਦੋਂ ਅਸੀਂ ਚਰਿਤਰੋਪਖਿਆਨ ਦੇ ਅਰਥ ਕਰਾਂਗੇ ਫਿਰ ਸਾਨੂੰ ਸਮਝ ਆਏਗੀ ਕਿ ਉਹਦੇ ਵਿੱਚ ਕਿਵੇਂ ਨੰਗੀਆਂ ਚਿੱਟੀਆਂ ਗੱਲਾਂ ਲਿਖੀਆਂ ਹੋਈਆਂ। ਤੁਸੀਂ ਉਹ ਸੰਗਤ ਵਿੱਚ ਤਾਂ ਕੀ ਆਪਣੇ ਘਰ ਵਿੱਚ ਬੈਠ ਕੇ ਵੀ ਉਹਨਾਂ ਨੂੰ ਪੜ੍ਹ ਨਹੀਂ ਸਕਦੇ, ਉੱਥੇ ਸਾਨੂੰ ਪਤਾ ਲੱਗੇਗਾ। ਤੇ ਇਹ ਗੁਰਬਾਣੀ ਨੂੰ ਉਸ ਅਸ਼ਲੀਲ ਸ਼ਬਦਾਵਲੀ ਵਾਲੇ ਗ੍ਰੰਥ ਦੇ ਨਾਲ ਇਹ ਸਾਡੇ ਗਿਆਨੀ ਜੀ ਜੋੜ ਰਹੇ ਹਨ, ਕਿਉਂਕਿ ਇਹਨਾਂ ਦੇ ਮਹਾਂਪੁਰਸ਼ ਉਸ ਗ੍ਰੰਥ ਨੂੰ ਗੁਰੂ ਕਿਰਤ ਮੰਨਦੇ ਹਨ, ਇਸ ਲਈ ਸਾਡੇ ਤੇ ਲੋਡ ਕਰ ਰਹੇ ਹਨ। ਇੱਕ ਸ਼ਬਦ ਪੜ੍ਹਦੇ ਨੇ ਵਿਚਿੱਤਰ ਨਾਟਕ ਚੋਂ, 10ਵੇਂ ਗ੍ਰੰਥ ਚੋਂ, ਉਹ ਹੈ ਜੋ 24 ਅਵਤਾਰ ਦੇ ਅੰਤ ਵਿੱਚ ਲਿਖਿਆ ਹੋਇਆ। ਉਹ ਲਿਖਿਆ ਇਹ ਹੋਇਆ ਹੈ ਲਿਖਿਆ ਹੋਇਆ 10ਮ ਕਥਾ ਭਗਉਤ ਕੀ, ਭਾਖਾ ਕਰੀ ਬਣਾਏ ਅਵਰ ਵਾਸਨਾ ਨਾਹੇ ਪ੍ਰਭ, ਧਰਮ ਯੁੱਧ ਕੇ ਚਾਹੇ। ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਕਿ ਮੈਨੂੰ ਤਾਂ ਧਰਮ ਯੁੱਧ ਦਾ ਚਾਅ ਹੈ,
मैं लोगों के ਗਿਆਨ ਲਈ ਇਹ ਕਥਾ ਲਿਖੀ। ਇਹਦੇ ਅਰਥ ਨਹੀਂ ਕਰਦੇ, ਇਹਦੇ ਵਿੱਚ ਅਰਥ ਇਹ ਬਣਦੇ ਨੇ, ਭਗਵਤ ਪੁਰਾਣ ਦੇ 10ਵੇਂ ਸਕੰਦ ਦੀ ਕਥਾ ਮੈਂ ਭਾਖਾ ਵਿੱਚ ਰੱਖੀ ਹੈ। हे ਪ੍ਰਭੂ, ਮੇਰੇ ਮਨ ਵਿੱਚ ਹੋਰ ਕੋਈ ਕਾਮਨਾ ਨਹੀਂ ਹੈ, ਬਸ ਧਰਮ ਦੇ ਯੁੱਧ ਦੀ ਚਾਹ ਲਈ ਪ੍ਰੇਰਿਤ ਕਰਨਾ ਹੀ ਮੇਰਾ ਕੰਮ ਹੈ। ਇਹ ਕਵੀ ਰਾਮ ਤੇ ਸ਼ਾਮ ਨੇ ਇਹ ਗ੍ਰੰਥ ਲਿਖਿਆ। ਇਹ ਉਹਨਾਂ ਦੀ ਇਹ ਸ਼ਬਦਾਵਲੀ ਹੈ, ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਹੀ ਨਹੀਂ, ਤੇ ਖਾਮਖਾ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ। ਤੇ ਇਹ ਜਿਹੜੀ 17 ਲਿਖੀਆਂ ਵੀ ਹੋਈਆਂ ਹਨ, ਇਹ 24 ਅਵਤਾਰ ਜਿਹੜਾ ਅਧਿਆਇ ਹੈ ਉਸ ਦੇ ਸੰਬੰਧ ਵਿੱਚ ਹੈ, ਨਾ ਕਿ ਪੂਰੇ ਵਿਚਿੱਤਰ ਨਾਟਕ ਦੇ ਸੰਬੰਧ ਵਿੱਚ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਮਿਥਿਹਾਸਕ ਗ੍ਰੰਥਾਂ ਦਾ ਉਲਥਾ ਕਰਕੇ ਲਿਖਿਆ ਹੁੰਦਾ, ਸ਼ੁਰੂ ਵਿੱਚ ਜਾਂ ਅੰਤ ਵਿੱਚ ਉਹ ਆਪਣੇ 2-4 ਪੰਨੇ ਜ਼ਰੂਰ ਲਿਖ ਦਿੰਦੇ, ਭਾਈ ਆਹ ਸਾਰੇ ਗ੍ਰੰਥ ਮੈਂ ਪੁਰਾਣੇ ਮਿਥਿਹਾਸਕ ਗ੍ਰੰਥਾਂ ਦਾ ਉਲਥਾ ਕਰਕੇ ਤੁਹਾਡੇ ਗਿਆਨ ਵਿੱਚ ਵਾਧਾ ਕਰਨ ਲਈ ਜਾਂ ਵਾਕਫੀ ਦੇਣ ਲਈ ਲਿਖ ਰਿਹਾ ਹਾਂ। ਇਹ ਤੁਹਾਡੇ ਘਰ ਪਰਿਵਾਰ ਵਿੱਚ, ਸਮਾਜ ਵਿੱਚ, ਜੀਵਨ ਵਿੱਚ ਵਰਤੋਂ ਵਿਹਾਰ ਕਰਨ ਵਾਲੇ ਨਹੀਂ ਹਨ। ਇਹ ਸਿਰਫ ਗਿਆਨ ਦੇਣ ਖਾਤਰ ਲਿਖ ਰਿਹਾ ਹਾਂ। ਇਸ ਦਾ ਤੁਹਾਡੇ ਜੀਵਨ, ਇਸ ਤੋਂ ਤੁਸੀਂ ਬਚੋ। ਇੱਦਾਂ ਲਿਖ ਸਕਦੇ ਸਨ, ਕੁਝ ਨਹੀਂ ਲਿਖਿਆ। ਇਸ ਤਰ੍ਹਾਂ ਕਰਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ, ਇਹ ਖਾਮਖਾ ਸਾਡੇ ਉੱਤੇ ਥੋਪੀਆਂ ਗਈਆਂ ਹਨ ਤੇ ਇਹਨਾਂ ਦਾ ਕੋਈ ਮਤਲਬ ਨਹੀਂ ਹੈ। ਹੁਣ ਤੁਸੀਂ ਕਹੋਗੇ ਵੀ ਤੁਸੀਂ ਐਡਾ ਵੱਡੀ ਖੋਜ ਤੁਹਾਨੂੰ ਕਰਨ ਦੀ, ਦੱਸਣ ਦੀ ਕੀ ਲੋੜ ਹੈ? ਉਹ ਐਡੇ ਵੱਡੇ ਵਿਦਵਾਨ ਹੋਏ, ਸੰਤ ਸਿੰਘ ਜੀ ਮਸਕੀਨ, ਪੂਰਾ ਸਿੱਖ ਜਗਤ ਉਹਨਾਂ ਨੂੰ ਨਮਸਕਾਰ ਕਰਦਾ ਹੈ, ਉਹਨਾਂ ਦਾ ਸਤਿਕਾਰ ਕਰਦਾ ਹੈ, ਤੁਸੀਂ ਉਸ ਬੰਦੇ ਦੇ ਵਿਰੁੱਧ ਬੋਲਣ ਲੱਗੇ। ਭਾਈ ਮੈਂ ਕਿਸੇ ਦੇ ਵਿਰੁੱਧ ਨਹੀਂ ਬੋਲ ਰਿਹਾ। ਮੈਨੂੰ ਗੁਰੂ ਨਾਨਕ ਪਾਤਸ਼ਾਹ ਨੇ ਇੱਕ ਸਿੱਖਿਆ ਦਿੱਤੀ ਹੈ, ਇੱਕ ਗੱਲ ਸਮਝਾਈ ਹੈ ਕਿ ਜਦੋਂ ਵੀ ਤੁਹਾਨੂੰ ਸੱਚ ਸਮਝ ਆਵੇ, ਕੋਈ ਗੱਲ ਸਮਝ ਆਵੇ ਜਿਹੜੀ ਹੁਣ ਤੱਕ ਤੁਹਾਨੂੰ ਪਤਾ ਨਹੀਂ ਸੀ, ਤਾਂ ਕੋਠੇ ਚੜ੍ਹ ਕੇ ਰੌਲਾ ਪਾਓ, ਸਾਰਿਆਂ ਨੂੰ ਦੱਸੋ, ਤਾਂ ਕਿ ਉਸ ਗਲਤੀ ਤੋਂ ਸਾਰੇ ਬਚ ਸਕਣ। ਜੇ ਕਿੱਡਾ ਵੱਡਾ ਵੀ ਨਾ ਹੋਵੇ, ਜੇ ਉਹ ਗਲਤੀ ਕਰਦਾ ਹੈ ਤੇ ਮਾਫੀ ਹੈ, ਗੁਨਾਹ ਕਰਦਾ ਹੈ ਤੇ ਸਜ਼ਾ ਹੈ। ਗੁਰੂ ਸਾਹਿਬ ਆਸਾ ਕੀ ਵਾਰ ਵਿੱਚ ਬੜਾ ਸੁੰਦਰ ਸ਼ਬਦ ਸਾਨੂੰ ਦਿੰਦੇ ਨੇ, ਪੜ੍ਹਿਆ ਹੋਵੇ ਗੁਨਾਹਗਾਰ ਤਾਂ ਓਮੀ ਸਾਧ ਨਾ ਮਾਰੀਐ, ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਏ। ਜੇ ਪੜ੍ਹਿਆ ਲਿਖਿਆ ਵਿਦਵਾਨ, ਸਿਆਣਾ, ਸਥਾਪਤ ਸਮਾਜ ਦੇ ਵਿੱਚ ਜਿਸ ਦੀ ਬਹੁਤ ਇੱਜ਼ਤ ਹੋਵੇ, ਜਿਸ ਨੂੰ ਬਹੁਤ ਉੱਚ ਪਾਣੀ ਦਾ ਮੰਨਿਆ ਗਿਆ ਹੋਵੇ, ਸਿਆਣਾ ਮੰਨਿਆ ਗਿਆ ਹੋਵੇ, ਜੇ ਉਹ ਗਲਤੀ ਕਰਦਾ ਹੈ, ਤਾਂ ਜੇ ਉਹ ਗੁਨਾਹ ਕਰਦਾ ਹੈ ਤੇ ਉਸ ਗੁਨਾਹ ਦੀ ਸਜ਼ਾ ਕਿਸੇ ਗਰੀਬੜੇ ਨੂੰ, ਕਿਸੇ ਹੋਰ ਅਣਜਾਣ ਬੰਦੇ ਨੂੰ ਨਹੀਂ ਦਿੱਤੀ ਜਾਏਗੀ, ਉਸ ਦੀ ਸਜ਼ਾ ਉਸੇ ਨੂੰ ਮਿਲਣੀ ਹੈ। ਔਰ ਜਿਹੋ ਜਿਹਾ ਉਹ ਕੰਮ ਕਰਦਾ ਹੈ, ਉਹੋ ਜਿਹਾ ਉਸ ਦਾ ਨਾਂ ਪੈ ਜਾਵੇਗਾ, ਉਸ ਨਾਂ ਨਾਲ ਉਸ ਨੂੰ ਬੁਲਾਇਆ ਜਾਵੇਗਾ। ਜਿਹਾ ਘਾਲੇ ਘਾਲਣਾ ਤੇ ਵੇਹੋ ਨਾਉ ਪਚਾਰੀਏ। ਜੇ ਕੋਈ ਚੋਰੀ ਕਰਦਾ ਹੈ, ਵੱਡਾ ਹੈ, ਚੋਰੀ ਕਰਦਾ, ਪਰ ਉਹ ਚੋਰ ਹੈ, ਵੱਡਾ ਨਹੀਂ। ਜੇ ਡਕੈਤੀ ਕਰਦਾ, ਉਹ ਡਾਕੂ ਹੈ, ਉਹ ਵੱਡਾ ਨਹੀਂ। ਇਸ ਤਰ੍ਹਾਂ ਧਰਮ ਦੇ ਖੇਤਰ ਵਿੱਚ ਵੀ ਕਿਸ ਦਾ ਕਿੱਡਾ ਵੱਡਾ ਨਾ ਹੋਵੇ, ਜੇ ਉਸਨੇ ਕੋਈ ਗੁਨਾਹ ਕੀਤਾ ਤੇ ਉਹ ਗੁਨਾਹ ਨਸ਼ਰ ਕਰਨਾ ਹਰ ਸਿੱਖ ਦਾ ਫਰਜ਼ ਹੈ। ਮੈਂ ਤੁਹਾਨੂੰ ਅੱਗੇ ਅੱਗੇ ਵਿਚਾਰ ਕਰਦਾ ਦੱਸਾਂਗਾ ਕਿ ਕਿਵੇਂ ਪਹਿਲਾਂ ਤਾਂ ਇਹ ਗੁਰਬਾਣੀ ਨੂੰ ਵੀ ਵਿੱਚ ਲਪੇਟ ਰਹੇ ਨੇ ਆਪਣੀ ਗੱਲ ਨੂੰ ਸਿੱਧ ਕਰਨ ਨੂੰ। ਉਹ ਸ਼ਬਦ ਤੁਹਾਨੂੰ ਦੱਸੇ, ਕੋਈ ਵੀ ਸ਼ਬਦ ਲੈ ਆਓ, ਗੁਰਬਾਣੀ ਦੇ ਸ਼ਬਦ ਇੰਨੇ ਸੁੰਦਰ ਤਰੀਕੇ ਨਾਲ ਲਿਖੇ ਗਏ, ਇੰਨੀ ਸੱਭਿਅ ਭਾਸ਼ਾ ਵਿੱਚ ਲਿਖੇ ਗਏ ਨੇ, ਤੁਸੀਂ ਕਦੀ ਵੀ ਕਿਤੇ ਬਹਿ ਕੇ ਉਸ ਦੀ ਵਿਚਾਰ ਕਰ ਸਕਦੇ ਹੋ। ਅਗਲੀ ਗੱਲ ਇਹ ਕਹੀ ਜਾਂਦੀ ਹੈ ਕਿ ਇਹ ਦੇਖੋ ਜੀ, ਕਾਮ ਦੀ ਸਿੱਖਿਆ ਬਹੁਤ ਜ਼ਰੂਰੀ। ਬਈ ਯਾਰ ਇਹ ਸਵਾਲ ਹੀ ਨਹੀਂ, ਕਾਮ ਦੀ ਸਿੱਖਿਆ ਜ਼ਰੂਰੀ ਹੈ, ਹਰ ਸਿੱਖ ਨੂੰ ਪਤਾ। ਫਿਰ ਉਹ ਉਦਾਹਰਣ ਦਿੰਦੇ ਨੇ ਕਿ ਦੇਖੋ ਜੀ, ਕੋਨਾਰਕ ਦੇ ਵਿੱਚ ਜਿਹੜਾ ਉੜੀਸਾ ਦੇ ਵਿੱਚ ਹੈ, ਉੱਥੇ ਜਿਹੜਾ ਇਹ ਮੰਦਰ ਬਣੇ ਹੋਏ ਨੇ, ਜਿੱਥੇ ਨੰਗੇ ਬੁੱਤ ਲੱਗੇ ਹੋਏ ਨੇ, ਉੱਥੇ ਦੁਨੀਆ ਦੇਖਣ ਜਾਂਦੀ ਹੈ। ਫਿਰ ਉਦਾਹਰਣ ਦਿੰਦੇ ਨੇ ਖਜੂਰਾਹੇ
ਜੋ ਮੱਧ ਪ੍ਰਦੇਸ਼ ਵਿੱਚ ਹੈ, ਉੱਥੇ ਮੰਦਰ ਨੇ, ਉੱਥੇ ਟੂਰਿਸਟ ਪਲੇਸ ਹੈ। ਲੋਕੀ ਬਈ ਠੀਕ ਹੈ, ਤੁਸੀਂ ਵੀ ਦੇਖਣ ਜਾਣਾ ਜਾਓ, ਤੁਸੀਂ ਸਾਡੇ ਵਿੱਚ ਕਿਉਂ ਇਹ ਵੜ ਰਹੇ ਹੋ? ਸਿੱਖਿਆ ਜਿਸ ਨੇ ਲੈਣੀ ਲਓ। ਇਸ ਨੂੰ ਗੁਰੂ ਗੋਬਿੰਦ ਸਿੰਘ ਦੇ ਨਾਂ ਤੇ ਸਿੱਖਿਆ ਕੋ ਲੈਣੀ ਚਾਹੁੰਦੇ ਹੋ? ਬਹੁਤ ਕੁਝ ਪੜ੍ਹਨ ਲਈ ਹੈ, ਪੜ੍ਹੋ। ਕਿਉਂ ਇਹਨਾਂ ਚੀਜ਼ਾਂ ਨਾਲ? ਜੇ ਉਹ ਸਾਰਾ ਕੁਝ ਸਹੀ ਸੀ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ, ਜੇ ਸਭ ਕੁਝ ਸਹੀ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਐਡਾ ਵੱਡਾ ਉਦਮ ਕਰਨ ਦੀ ਕੀ ਲੋੜ ਪਈ ਸੀ? ਜੇ ਤੁਸੀਂ ਸਾਨੂੰ ਅੱਜ ਪੁਰਾਣੇ ਉਹ ਬੁੱਤਾਂ ਮੂਰਤਾਂ ਦੇ ਨਾਲ ਤੁਲਨਾ ਦੇ ਕੇ ਮੁੜ ਕੇ ਸਾਨੂੰ ਉਸੇ ਖਾਰੇ ਸਮੁੰਦਰ ਵਿੱਚ ਲੈ ਕੇ ਜਾਣਾ ਹੈ ਜਿੱਥੋਂ ਸਾਡੇ ਗੁਰੂ ਨਾਨਕ ਪਾਤਸ਼ਾਹ ਨੇ ਕੱਢਿਆ ਸੀ, ਫਿਰ ਉਹਨਾਂ ਮੂਰਤੀਆਂ ਨੂੰ ਕੋ ਜਾ ਕੇ ਸਾਨੂੰ ਦਿਖਾਉਣੀਆਂ ਤੁਸੀਂ ਖੁਜਰਾਹੋਂ ਤੇ ਕੋਨਾਰਕ ਦੇ ਵਿੱਚ, ਉਹ ਤਾਂ ਪਹਿਲਾਂ ਸੀਗੀਆਂ। ਫਿਰ 10 ਗੁਰੂ ਸਾਹਿਬਾਨ ਦੀ ਇੰਨੀ ਮਿਹਨਤ ਘਾਲਣਾ ਦਾ ਕੀ ਲਾਹਾ ਹੋਇਆ? ਉਹਨਾਂ ਉਦਾਹਰਨਾਂ ਦੇ ਕੇ ਤੁਸੀਂ ਇਹ ਚਰਿਤਰੋ ਪਖਿਆਨ ਨੂੰ ਸੱਚਾ ਸਿੱਧ ਕਰਨ ਲੱਗ ਗਏ ਹੋ। ਜਾਓ ਦੇਖੋ, ਜਿਸ ਨੂੰ ਲਾਹਾ ਲੈਣਾ ਲਓ, ਪਰ ਸਾਡਾ ਉਹਨਾਂ ਨਾਲ ਕੀ ਸੰਬੰਧ ਹੈ? ਕੀ ਮਤਲਬ ਹੈ ਉਸਦਾ? ਪਰ ਕਿਉਂ? ਕਿਉਂਕਿ ਵਿਚਿੱਤਰ ਨਾਟਕ ਨੂੰ ਸਹੀ ਸਿੱਧ ਕਰਨਾ। ਅੱਗੇ ਅਸੀਂ ਜਿਹੜੀ ਵਿਚਾਰ ਕਰਨੀ ਹੈ ਉਹ ਹੋਰ ਹੈ। ਇਹ ਕਿਹਾ ਜਾਂਦਾ, ਇਹ ਗ੍ਰੰਥ ਗੁਰੂ ਸਾਹਿਬ ਨੇ ਤਾਂ ਲਿਖਿਆ ਕਿਉਂਕਿ ਸਾਰੇ ਇਤਿਹਾਸਕ ਗ੍ਰੰਥ ਸੰਸਕ੍ਰਿਤ ਵਿੱਚ ਸਨ, ਉਹਨਾਂ ਉੱਤੇ ਪੰਡਤ ਦਾ ਗਲਵਾ ਸੀ ਤੇ ਗੁਰੂ ਸਾਹਿਬ ਨੇ ਉਸ ਗਲਵੇ ਨੂੰ ਤੋੜਨ ਲਈ, ਤਾਂ ਕਿ ਆਮ ਲੋਕਾਂ ਨੂੰ ਗਿਆਨ ਹੋ ਜਾਵੇ, ਉਹਨਾਂ ਨੇ ਇਹਨਾਂ ਦਾ ਉਲਥਾ ਕੀਤਾ। ਹੁਣ ਮੈਂ ਬੇਨਤੀ ਕਰ ਦੇਵਾਂ, ਜੇ ਇਸ ਗ੍ਰੰਥ ਦੇ ਅਰਥ ਨਹੀਂ ਹੋਏ, ਇਹ ਵਿਚਿੱਤਰ ਨਾਟਕ ਦਾ ਗ੍ਰੰਥ ਦੇ ਜੇ ਅਰਥ ਨਹੀਂ ਕੀਤੇ ਹੋਏ, ਮੈਂ ਪੋਸਟ ਗ੍ਰੈਜੂਏਟ ਹਾਂ, ਮੈਂ ਪਿਛਲੇ 30-35 ਸਾਲ ਤੋਂ ਕੋਸ਼ਿਸ਼ ਕਰ ਰਿਹਾ ਸੀ ਇਸ ਨੂੰ ਸਮਝਣ ਦੀ, ਪਰ ਮੈਨੂੰ ਪੂਰਾ ਸਮਝ ਨਹੀਂ ਆ ਰਿਹਾ ਸੀ। ਮੈਨੂੰ ਬੜੀ ਪ੍ਰੋਬਲਮ ਆ ਰਹੀ ਸੀ, ਮੈਂ ਸਮਝ ਨਹੀਂ ਸੀ ਪਾ ਰਿਹਾ। ਆ ਭਲਾ ਹੋਵੇ ਡਾਕਟਰ ਰਤਨ ਸਿੰਘ ਜੀ ਜੱਗੀ ਦਾ, ਜਿਨ੍ਹਾਂ ਨੇ ਅਰਥਾਂ ਵਾਲੀ ਜਿਹੜੇ ਗ੍ਰੰਥ ਸਾਡੇ ਕੋਲ ਆਇਆ ਤੇ ਸਾਨੂੰ ਇਹ ਸਮਝ ਲੱਗੀ ਵੀ ਅਸਲੀ ਗੱਲ ਕੀ ਹੈ। ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਕੈਨੇਡਾ ਵਿੱਚ ਪੰਜਾਬੀ ਬਹੁਤ ਗਏ ਨੇ। ਉੱਥੇ ਦੀ ਪਾਰਲੀਮੈਂਟ ਵਿੱਚ ਕਿਸੇ ਨੇ ਸਵਾਲ ਖੜਾ ਕੀਤਾ ਕਿ ਇੱਥੇ ਪੰਜਾਬੀ ਬਹੁਤ ਆ ਗਏ ਨੇ, ਤਾਂ ਇੱਥੇ ਜਿਹੜੇ ਸਾਰੇ ਸਾਈਨ ਬੋਰਡ ਹੈ ਅੰਗਰੇਜ਼ੀ ਵਿੱਚ ਹੈ। ਬਹੁਤੇ ਪੰਜਾਬੀਆਂ ਨੂੰ ਅੰਗਰੇਜ਼ੀ ਆਉਂਦੀ ਨਹੀਂ, ਇਸ ਕਰਕੇ ਇਹ ਸਾਈਨ ਬੋਰਡ ਪੰਜਾਬੀ ਵਿੱਚ ਲਗਾਏ ਜਾਣ। ਹੁਣ ਜੇ ਗੱਲ ਪੂਰੀ ਤਰ੍ਹਾਂ ਸਮਝਣੀ ਹੋਵੇ ਤਾਂ ਇਹ ਬਣਦਾ ਸੀ ਕਿ ਬੋਰਡਾਂ ਨੂੰ ਪੰਜਾਬੀ ਵਿੱਚ ਲਗਾਇਆ ਜਾਵੇ, ਜਿਵੇਂ ਕਿ ਅੱਜ ਕੱਲ੍ਹ ਲੱਗੇ ਹੋਏ ਵੀ ਨੇ। ਪਰ ਉਸ ਅੱਧੀ ਗੱਲ ਨੂੰ ਲੈ ਲਿਆ। ਉਹ ਲਿਖਿਆ ਉੱਥੇ ਸੱਜੇ ਪਾਸੇ ਚੱਲਦੇ ਸੜਕ ਤੇ ਬੋਰਡ ਲਾਉਣਾ ਸੀ, ਕੀਪ ਟੂ ਦਾ ਰਾਈਟ। ਕੀਤਾ ਕਿ ਕੱਕੇ ਨੂੰ ਬਿਹਾਰੀ ਪੱਪਾ ਕੀਪ, ਟੈਂਕੇ ਨੂੰ ਦਲੈਂਕੜ ਟੂ, ਦੱਦੇ ਨੂੰ ਕੰਨਾ ਦਾ, ਲੱਲੇ ਨੂੰ ਸਿਹਾਰੀ ਫੱਫਾ ਟੈਂਕਾ ਲੈਫਟ। ਕੀਪ ਟੂ ਦਾ ਰਾਈਟ, ਰਾਰਾ, ਰਾਰੇ ਨੂੰ ਕੰਨਾ, ਈੜੀ ਨੂੰ ਬਿਹਾਰੀ, ਟੈਂਕਾ ਰਾਈਟ, ਕੀਪ ਟੂ ਦਾ ਰਾਈਟ। ਹੁਣ ਜੇ ਇਹ ਕੀਪ ਟੂ ਦਾ ਰਾਈਟ ਲਿਖਿਆ ਹੋਇਆ, ਉਹਦੇ ਜਿਹੜੇ ਪੰਜਾਬੀ ਗੁਰਮੁਖੀ ਭਾਸ਼ਾ ਵਿੱਚ ਜਿਹੜੀ ਲਿਪੀ ਹੈ ਉਹ ਗੁਰਮੁਖੀ ਹੈ, ਪਰ ਬੋਲੀ ਅੰਗਰੇਜ਼ੀ ਹੈ। ਕੀ ਕਿਸੇ ਅੰਗਰੇਜ਼ੀ ਨਾ ਜਾਣਨ ਵਾਲੇ ਨੂੰ ਉਹਦਾ ਕੋਈ ਫਾਇਦਾ ਹੋਏਗਾ? ਉਹ ਪੜ੍ਹ ਲੇਗਾ ਕੀਪ ਟੂ ਦਾ ਰਾਈਟ, ਕੀ ਉਹ ਸੱਜੇ ਪਾਸੇ ਚੱਲੇਗਾ? ਕਿਉਂਕਿ ਉਹਨੂੰ ਪਤਾ ਹੀ ਨਹੀਂ ਰਾਈਟ ਕੀ ਹੁੰਦਾ, ਉਹਨੂੰ ਪਤਾ ਹੀ ਨਹੀਂ ਕੀਪ ਕੀ ਹੁੰਦਾ। ਉਹ ਫਿਰ ਕਿਸੇ ਨੂੰ ਪੁੱਛੇਗਾ ਕੀਪ ਟੂ ਦਾ ਰਾਈਟ ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਜਿਹੜਾ ਕੰਮ ਕਰਨਾ ਸੀ ਹੋਇਆ ਨਹੀਂ। ਜੇ ਗੁਰੂ ਗੋਬਿੰਦ ਸਿੰਘ ਜੀ ਨੇ ਉਲਥਾ ਕੀਤਾ ਹੁੰਦਾ ਤਾਂ ਉਹ ਜੇ ਲਿਪੀ ਪੰਜਾਬੀ ਵਰਤਦੇ ਨੇ ਤੇ ਉਹਨਾਂ ਨੇ ਭਾਸ਼ਾ ਵੀ ਬੋਲੀ ਵੀ ਪੰਜਾਬੀ ਵਰਤਣੀ ਸੀ। ਉਹਨਾਂ ਨੇ ਐਸੀ ਭਾਸ਼ਾ ਨਹੀਂ ਸੀ ਵਰਤਣੀ ਕਿ ਜਿਹੜੀ ਕਿਸੇ ਨੂੰ ਸਮਝ ਹੀ ਨਾ ਆਵੇ। ਵਿਚਿੱਤਰ ਨਾਟਕ ਦੀ ਭਾਸ਼ਾ, ਮੈਂ ਪੋਸਟ ਗ੍ਰੈਜੂਏਟ ਹਾਂ, ਮੈਨੂੰ ਸਮਝ ਨਹੀਂ ਆਉਂਦੀ। ਹਾਂ, ਜੇ ਤੁਹਾਨੂੰ ਆਉਂਦੀ, ਜਿਹਨਾਂ ਵਿਚਿੱਤਰ ਨਾਟਕ ਪੜ੍ਹਨ ਵਾਲਿਆਂ ਨੂੰ,
तो किसी को कोई मना भी नहीं कर सकता। तुसीं कह सकते सानू तो आउंदी है, तो किहड़ा कोई टेस्ट कर जा रहा, पर मैनू नहीं समझ आउंदी। जे मैं अर्थां वाला नहीं देखदा, मेरे पल्ले कुछ नहीं जे पैंदा। तुसीं आप पढ़ के देख लो, आम संगतां आम बीबियां पढ़ के देख लो, तुहाडे पल्ले कुछ पैंदा नहीं पैना, मैनू पता नहीं पैना। ये तो वो गल हुई आसमान से गिरा खजूर पे अटका, भाव जिहड़ा थल्ले जिहनूं चाहीदा सी उहदे तक नहीं मिलिया, इहदा उल्था हो गया। पर जिहदे ते उल्था कीता उहनूं तो कोई फायदा ही नहीं होया। कि गुरु गोबिंद सिंह जी इदां अद्धा काम करदे जे वो उल्था करदे, क्योंकि इदां तो है नहीं कि गुरु गोबिंद सिंह नूं पंजाबी नहीं सी आउंदी। उन्हां दा जन्म जरूर पटना विच होया, पर उन्हां दे माता गुजरी जी पंजाबी, उन्हां दे मामा कृपाल चंद जी पंजाबी, उन्हां दी दादी नानकी बकाले दे रहण वाले पंजाबी, उन्हां दे पिता गुरु तेग बहादुर जी पंजाबी। वो कमाल है, सारी गुरबाणी पंजाबी च। ते गुरु गोबिंद सिंह जदों उल्था करन लगे उन्होंने पंजाबी भुल गई। कोई नुकता निकाह तो देखता ही नहीं कि यार हद हो गई। और नाले जे गुरु गोबिंद सिंह जी ने पंजाबी च उल्था किया हुंदा, गुरु नानक पातशाह ने जिहड़ी बाणी उचारी है गुरु साहब तो 200 साल पहला उचारी है। वो बोली दे कई शब्द अगे पिछे हो जाते, सानू समझ नहीं आती। पर गुरु गोबिंद सिंह तो बहुत नेड़े साडे है। अज तो 300 साल पहला, 350 साल पहला की गल है सारी, बहुत पुरानी गल नहीं है। वो तो पंजाबी सानू बहुत आराम नाल समझ आउणी सी। पर पूरा विचित्र नाटक पढ़ के देख लियो, इहदे विच पंजाबी वाली कोई गल नहीं है, सिर्फ लिपि पंजाबी है। लिपि पंजाबी वरती है, भाषा पंजाबी नहीं है। हुण जिहड़ा एक बहुत जरूरी गल, इस गल नूं जे सिख ध्यान नाल समझ लैणगे, आ जिहड़ी मैं हुण गल करन लगा, तां फिर कोई गिला शिकवा नहीं रह जाना। ज्ञानी संत सिंह जी मस्कीन कह रहे हैं कि एक लिखारी होया महारिषि, महारिषि का नाम है वात्सायन। वात्सायन महारिषि जिहड़ा होया, इसने एक ग्रंथ लिखिया जिसका नाम सी काम सूत्र। उस काम सूत्र ग्रंथ का उल्था बकौल ज्ञानी संत सिंह मस्कीन गुरु गोबिंद सिंह जी ने किया है। यह उल्था किया है कादे वास्ते? सानू काम का ज्ञान देण वास्ते। ਇਹਦੇ ਵਿੱਚੋਂ किन्ना काम का ज्ञान मिलता है, वो तो जदों असीं 404 चरित्रां की व्याख्या करांगे उदों संगतां आपे समझ जाणगीਆਂ। ਇਹਦੇ ਵਿੱਚੋਂ काम का ज्ञान मिलता 0%, कुछ नहीं मिलता। औरत जाति की बदनामी तो इलावा इस इन्हां 404 चरित्रां विच कुछ नहीं मिलता। वो कल्ले कल्ले चरित्रां जदों विचारांगे उदों समझांगे। हाँ, अगली गल, ये जिहड़ा महारिषि होया वात्सायन, इहदा जन्म बिहार विच होया, पटना के नेड़े कहंदे होया। और इसने जिहड़ा काम सूत्र ग्रंथ लिखिया वो कोई 250 ईस्वी दे विच लिखिया, भाव सदियां पहला, गुरु काल तो सदियां पहला इसने एक ग्रंथ लिखिया। पर त्रिया चरित्र विच, चरित्रोपख्यान विच 4 चरित्र इहो जे हन। चरित्र नंबर 17, 21, 22 ते 23। ये 4 चरित्र जिहड़े ने वो पंजाब दे ने। पंजाब दे कित्थों दे? वो ने पहला चरित्र सतलुज नदी के कंढे ते एक राजा सी, 17 नंबर चरित्र। और 21, 22 ते 23 नंबर चरित्र यह है सतलुज नदी के कंढे एक नगर, एक पिंड आनंदपुर साहब। एक नगर आनंदपुर साहब, आनंदपुर लिखिया साहब ने, एक पिंड आनंदपुर। उत्थे
एक राजा लिखिया, गुरु भी लिखिया। ये अगले 3 चरित्र उत्थों दे ने ते नाल जिहड़ा उत्थे देवी दा मंदिर है उहदा रैफरेंस भी दिता। नैना देवी दे मंदिर कोल सतलुज के कंढे ते पिंड आनंदपुर। हुण जिहड़े इतिहास नूं जाणदे ने उन्हां नूं पता है कि आनंदपुर शहर जिहड़ा वो 19 जून सन 1665 ईस्वी नूं गुरु तेग बहादुर जी ने उसदी मोड़ी गड्डी सी। 19 जून सन 1665 ईस्वी नूं। और वात्सायन जिहड़ा महारिषि होया वो होया 250 ईस्वी दे विच उसने कामसूत्र ग्रंथ लिखिया। हुण वात्सायन दे कोल ए जिहड़ी 1200-1300 साल बाद विच जिहड़ा नगर वसिया उसकी कहानी 1400 साल बाद जो नगर वसे की कहानी वात्सायन दे कोल कित्थों आ गई, जिसका उल्था गुरु गोबिंद सिंह जी ने कर दिता। भाव संगत स्टेज ते बैठ के जो मर्जी गप्पां मारी जाओ, तुहाडा ब्रांड चंगा होना चाहिए, तुहाडा समाज विच धर्म विच ना उच्चा होना चाहिए, गप्पां जिन्नियां मर्जी मारी जाओ। यह चीज़ इन्नी सीरीयस है, इन्नी ये सोचण वाली है कि बई गुरु तेग बहादुर जी ने 1665 ईस्वी में नगर वसाया, शहर वसाया, और 250 ईस्वी च महारिषि दे कोल यह खबर किद्दां पहुँच गई वात्सायन दे कोल कि इस बाद च होने वाला कोई गल। कहण तो भाव एक कोरा झूठ है, 100% झूठ है कि गुरु गोबिंद सिंह जी ने कामसूत्र ग्रंथ का उल्था किया है। जे ये मनना उल्था किया है, यह 4 चरित्र कित्थों आ गए विच, और ये भी किते अखीर विच नहीं लिखे। अखीर च जिन्हां ने लिखवाए ना वो बड़े शैतान सी, उन्होंने विच करके लिखवाए। एक 17 नंबर है, एक 21, 22 ते 23 नंबर है। वो जो अखीर च होंदे तो सिखां ने हुण कट देने सी, जे पहला होंदे तां भी कट देने सी, हुण विच लिखे आ। और इहदी अगे जिहड़ा एटम बंब है इन्हां चरित्रां दे विच, वो जदों चरित्र आउणगे असीं उदों उन्हां दी विचार करांगे। वो एटम बंब जदों फटिया, सिੱਖੀ ਦਾ कुछ भी बाकी नहीं जे बचना। वो एक एक स्टैप अगे आ रहे हैं जिन्हां ने तुहानूं खत्म करना है। और तुसीं सारे ग्रंथां नूं कही जांदे गुरु ने लिखिया, गुरु जी ने इदां किया, गुरु ने, तुसीं अपने आप ही अपने गल च रस्सा पाई जांदे। सिखो जाग पो, कुछ नहीं जे लिखिया, गुरु साहब ने लिखिया, सानूं गुरबाणी दे गए ने, वो काफ़ी है, उहदे नाल गुजारा साडा हो जाना। और होर गल कमाल है, वो जिहड़े आनंदपुर साहब जे चित्र आनंदपुर च चरित्र लिखे आ, वो भी उस भाषा च पंजाबी च वो भी है नहीं। दसो तो पंजाब च भी वो भाषा लगती सी, कमाल नहीं हो गई। और नाले भी लिखिया राजा, फिर बहुत सारे सिख आउंदे सी मत्था टेकण, गुरु भी लिख दिता। वो जो चरित्र विचारांगे तो तुहाडे पैरां थल्ले जमीन निकल जानी आ, नंबर वाइज उन्हां दा आवेगा। तो कहण तो भाव की आ, सुआणियां अगे दाल बनाउंदियां सी, दाल दा दाना कढ के देखदियां सी, जे तां कच्चा फिर एक होर कढदियां सी, वो भी कच्चा, एक वध तो वध 3 दाने कढदियां सी। जे 3 कच्चे रखे फिर सारी दाल नूं नहीं कदी देखिया जांदा, फिर वो सारी दाल कच्ची पक्की मन लिया जांदा, वो कच्ची है। हुण तुहानूं 4 चरित्र जिहड़े मैं प्रूव करके दसते ने, वो होए इस लिखत अनुसार जे आनंदपुर विच होए ने, तो वो 1665 ईस्वी तो बाद विच होए ने। वो होया कुछ भी नहीं असल च, ये सारियां कहानियां बना के एक कूड़ दा टोकरा साडे सिर ते रख दिता, असीं लई फिरदे हां। और सिख आप नहीं पढ़ते। मैं तो ये कहना जिहड़े वीर विचित्र नाटक नूं दशमेश किरत मनदे हन, वो घट्टो घट्ट अपनियां
घर वालियां नूं, अपने घर इस्त्रियां नूं ये ग्रंथ पढ़ा देण। उन्होंने समझा देना कि भाई ये तुसी जो बोल रहे झूठ बोल रहे हो, ये गुरु गोबिंद सिंह ऐसा कुछ नहीं लिख सकते। आओ अज की वीडियो इत्थे संकोचते हैं, ये विचारों की लड़ी जारी रहेगी। आओ फतेह बुलाइए, होइयां भुल्लां चुकां दी माफ़ी। जे ये उद्यम चंगा लगे तो वीडियो नूं अगे साझा करो, तो मेरे चैनल सच की खोज विद बलदेव सिंह MA नूं सबसक्राइब करो। आओ फतेह बुलाइए। वाहिगुरू जी का खालसा, वाहिगुरू जी की फतेह।